ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ ਇੱਕ ਡਿਬੇਟ ਚੱਲ ਰਿਹਾ ਸੰਵਿਧਾਨ ਨੂੰ ਲੈ ਕੇ, ਕਿਉਂਕਿ ਦੋਵੇਂ ਬਹੁਤ ਵੱਡੀਆਂ ਡੈਮੋਕ੍ਰੇਸੀਜ਼ ਨੇ। ਅਮਰੀਕਾ ਸਭ ਤੋਂ ਪੁਰਾਣੀ ਤੇ ਭਾਰਤ ਸਭ ਤੋਂ ਵੱਡੀ ਡੈਮੋਕ੍ਰੇਸੀਜ਼ ਨੇ। ਅਮਰੀਕਾ ਦੇ ਸੰਵਿਧਾਨ ਬਾਰੇ ਉੱਥੋਂ ਦੇ ਐਕਸਪਰਟ ਕਹਿ ਰਹੇ ਨੇ ਕਿ ਬਹੁਤ ਪੁਰਾਣਾ ਹੈ ਔਰ ਮਾਡਰਨ ਡੈਮੋਕ੍ਰੇਸੀ ਨੂੰ ਸੂਟ ਨਹੀਂ ਕਰਦਾ, ਔਰ ਸਮੇਂ ਦੇ ਨਾਲ ਇਹਦੇ ਵਿੱਚ ਉਹ ਚੇਂਜਸ ਨਹੀਂ ਹੋਈਆਂ ਜੋ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਇਸ ਵਕਤ ਦੁਨੀਆ ਦੀ ਸੋਚ ਬਦਲੀ ਹੈ, ਲੋਕਾਂ ਦੀ ਸੋਚ ਬਦਲੀ ਹੈ। ਇਸ ਕਰਕੇ ਅਮਰੀਕਾ ਦਾ ਕਨਸਟੀਟਿਊਸ਼ਨ ਆਊਟਡੇਟਡ ਹੋ ਚੁੱਕਾ ਹੈ। ਇਸ ਤਰ੍ਹਾਂ ਦੀ ਡਿਬੇਟ ਚੱਲਦੀ ਪਈ ਆ। ਸੋ ਇਸ ਦੇ ਵਿੱਚ ਕਿਸ ਤਰ੍ਹਾਂ ਚੇਂਜਸ ਕੀਤੀਆਂ ਜਾਣ, ਅਮੈਂਡਮੈਂਟਸ ਕੀਤੀਆਂ ਜਾਣ, ਔਰ ਕਈ ਇੱਦਾਂ ਦੇ ਇਦਾਰੇ ਨੇ ਜੋ ਇਸ ਵਕਤ ਰੱਖਣੇ ਠੀਕ ਨਹੀਂ ਹੈਗੇ। ਪੁਰਾਣੇ ਸਮੇਂ ਦੇ ਵਕਤ ਠੀਕ ਸੀ, ਪਰ ਇਸ ਵਕਤ ਉਹਨਾਂ ਦੇ ਵਿੱਚ ਚੇਂਜ ਹੋਣੀ ਚਾਹੀਦੀ ਹੈ, ਮਾਡਰਨ ਹੋਣੇ ਚਾਹੀਦੇ ਨੇ। ਔਰ ਕਿਤੇ ਨਾ ਕਿਤੇ ਦੇਖਿਆ ਜਾਵੇ ਤੇ ਜੋ ਇੱਕ ਨਵੀਂ ਪਰਸਨੈਲਿਟੀ ਉੱਭਰ ਕੇ ਆ ਰਹੀ ਹੈ ਅਮਰੀਕਾ ਦੇ ਵਿੱਚ ਸਾਹਮਣੇ, ਵਿਵੇਕ ਰਾਮਾਸਵਾਮੀ ਜੋ ਭਾਰਤੀ ਮੂਲ ਦੇ ਨੇ, ਉਹ ਇਸੇ ਤਰ੍ਹਾਂ ਦੀ ਹੀ ਡਿਬੇਟਸ ਕਰਦੇ ਪਏ ਨੇ। ਔਰ ਉਹ ਕਿਤੇ ਨਾ ਕਿਤੇ ਇਹ ਵੀ ਕਹਿੰਦੇ ਨੇ ਕਿ 75% ਜਿਹੜੇ ਫੈਡਰਲ ਇੰਪਲੋਇਜ਼ ਨੇ ਉਹਨਾਂ ਦੀ ਛਟਨੀ ਕਰ ਦੇਣੀ ਹੈ। ਕਦੀ ਕਹਿੰਦੇ ਨੇ ਕਿ H1B ਵੀਜ਼ਾ ਦਾ ਲੋਟਰੀ ਸਿਸਟਮ ਹੈ ਖਤਮ ਕਰ ਦੇਣਾ, ਜੋ ਭਾਰਤ ਤੇ ਚਾਈਨਾ ਦੇ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਪਪੂਲਰ ਹੈ। ਔਰ ਟਰੰਪ ਦੇ ਨਾਲ ਵੀ ਕਹਿੰਦੇ ਨੇ ਕਿ ਮੇਰੀ ਕਿਤੇ ਨਾ ਕਿਤੇ ਤੇ ਸਹਿਮਤੀ ਹੈ, ਪਰ ਕਿਤੇ ਨਾ ਕਿਤੇ ਅਸਹਿਮਤੀ ਨਹੀਂ ਵੀ ਹੈ। ਤੇ ਸਰਵੇਸ ਕਹਿੰਦੇ ਨੇ ਕਿ ਆਖਿਰਕਾਰ ਟਰੰਪ ਤੇ ਵਿਵੇਕ ਰਾਮਾਸਵਾਮੀ ਹੀ ਬਚਣਗੇ ਜੋ ਇਸ ਦੌੜ ਦੇ ਵਿੱਚ ਸ਼ਾਮਿਲ ਨੇ, ਜੋ ਪ੍ਰੈਜ਼ੀਡੈਂਟ ਆਫ ਅਮਰੀਕਾ ਦੀਆਂ 2024 ਦੀਆਂ ਇਲੈਕਸ਼ਨਸ ਡਿਊ ਨੇ। ਇੱਕ ਇਹ ਵੀ ਡਿਬੇਟ ਹੋ ਰਹੀ ਹੈ ਕਿਉਂਕਿ ਬਾਈਡਨ ਸਾਹਿਬ ਆਪਣੀ ਏਜ ਕਰਕੇ ਵੀ, ਔਰ ਬਾਕੀ ਉਹਨਾਂ ਦੇ ਉੱਤੇ ਦੋਸ਼ ਵੀ ਲੱਗ ਰਹੇ ਨੇ, ਇੱਕ ਉਹਨਾਂ ਦੇ ਬੇਟੇ ਕਰਕੇ, ਇੱਕ ਉਹਨਾਂ ਦੇ ਉੱਤੇ ਜਿਹੜੀ ਇਨਕੁਆਇਰੀ ਸ਼ੁਰੂ ਹੋ ਗਈ ਹੈ ਜਾਇਦਾਦ ਕਰਕੇ। ਇਹ ਸਭ ਚੀਜ਼ਾਂ ਤਮਾਮ ਬਣੀਆਂ ਹੋਈਆਂ ਨੇ। ਔਰ ਇਸ ਵਕਤ ਵਿਵੇਕ ਰਾਮਾਸਵਾਮੀ ਕੌਨਸਟੀਟਿਊਸ਼ਨ ਦੀ ਵੀ ਗੱਲ ਕਰ ਰਹੇ ਨੇ। ਸੋ ਭਾਰਤ ਦੀ ਧਰਤੀ ਦੇ ਉੱਤੇ ਵੀ ਕੌਨਸਟੀਟਿਊਸ਼ਨ ਦੀ ਗੱਲ ਹੋ ਰਹੀ ਹੈ ਕਿ ਕੁਝ ਨਵਾਂ ਹੋਣਾ ਚਾਹੀਦਾ ਹੈ, ਕੁਝ ਚੇਂਜ ਹੋਣਾ ਚਾਹੀਦਾ ਹੈ। ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਗੱਲ ਹੋ ਰਹੀ ਹੈ, ਔਰ ਭਾਰਤ ਦਾ ਨਾਲ ਚੇਂਜ ਕੀਤਾ ਜਾਵੇ, ਇੰਡੀਆ ਤੋਂ ਭਾਰਤ ਕੀਤਾ ਜਾਵੇ, ਇਹ ਗੱਲ ਹੋ ਰਹੀ ਹੈ। ਔਰ ਨਵੀਂ ਪਾਰਲੀਮੈਂਟ ਦੇ ਵਿੱਚ ਸੈਸ਼ਨ ਵੀ ਪਹਿਲਾਂ ਸ਼ੁਰੂ ਹੋ ਚੁੱਕਾ ਹੈ ਭਾਰਤ ਦੀ ਧਰਤੀ ਦੇ ਉੱਤੇ, ਜੋ ਨਿਊ ਪਾਰਲੀਮੈਂਟ ਦੀ ਸਥਾਪਨਾ ਹੋਈ ਹੈ। ਸੋ ਇਹ ਤਮਾਮ ਗੱਲਾਂ ਚੱਲਦੀਆਂ ਪਈਆਂ ਨੇ। ਸੋ ਅਮਰੀਕਾ ਦਾ ਕਨਸਟੀਟਿਊਸ਼ਨ ਆਊਟਡੇਟਡ ਹੋ ਗਿਆ ਹੈ ਜਾਂ ਉਹਦੇ ਵਿੱਚ ਕੋਈ ਚੇਂਜ ਕਰਨੀ ਹੈ, ਇਹ ਤੇ ਹੁਣ ਇੱਕ ਡਿਬੇਟ ਦਾ ਵਿਸ਼ਾ ਹੈ। ਭਾਰਤ ਦੇ ਸੰਵਿਧਾਨ ਦਾ ਕੀ ਕਰਨਾ ਹੈ, ਉਹਦੇ ਵਿੱਚ ਕਿਹੜੀ ਚੇਂਜ ਕਰਨੀ ਹੈ ਔਰ ਕਿਹੜੀ ਚੀਜ਼ ਐਜ਼ ਇਟ ਇਜ਼ ਰੱਖਣੀ ਹੈ, ਇਹ ਵੀ ਇੱਕ ਡਿਬੇਟ ਦਾ ਵਿਸ਼ਾ ਹੈ। ਸੋ ਇਹ ਤਮਾਮ ਤਰ੍ਹਾਂ ਦੀ ਡਿਬੇਟਸ ਚੱਲਦੀਆਂ ਪਈਆਂ ਨੇ ਦੋਵਾਂ ਦੇਸ਼ਾਂ ਦੀ ਧਰਤੀ ਦੇ ਉੱਤੇ, ਜੋ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਔਰ ਸਭ ਤੋਂ ਵੱਡੀਆਂ ਡੈਮੋਕ੍ਰੇਸੀਜ਼ ਨੇ, ਔਰ ਇਹਨਾਂ ਦੀ ਜ਼ਿੰਮੇਵਾਰੀ ਵੀ ਸਭ ਤੋਂ ਜ਼ਿਆਦਾ ਹੈ। ਔਰ ਇਸੇ ਚੀਜ਼ ਨੂੰ ਅਸੀਂ ਦੇਖਿਆ ਹੈ G20 ਦੀ ਸੰਮੇਲਨ ਦੀ ਸਮਿਟ ਦੇ ਵਿੱਚ, ਜੋ ਰੀਸੈਂਟਲੀ ਭਾਰਤ ਦੀ ਧਰਤੀ ਦੇ ਉੱਤੇ ਕੰਪਲੀਟ ਹੋਈ ਹੈ। ਔਰ ਉਹਦੇ ਬਾਰੇ ਵੀ ਪੂਰੀ ਦੁਨੀਆ ਦੇ ਵਿੱਚ ਚਰਚਾ ਹੈ, ਔਰ ਸਾਰੇ ਐਕਸਪਰਟਸ ਆਪਣੇ ਆਪਣੇ ਨਜ਼ਰੀਏ ਤੋਂ ਇਸ ਦੇ ਉੱਤੇ ਚਰਚਾ ਕਰਦੇ ਪਏ ਨੇ। ਔਰ ਅਮਰੀਕਾ ਦੇ ਰੋਲ ਨੂੰ ਪੋਜ਼ਿਟਿਵਲੀ ਵੀ ਦੇਖਦੇ ਪਏ ਨੇ, ਕਿਤੇ ਨਾ ਕਿਤੇ ਨੈਗੇਟਿਵਲੀ ਵੀ ਦੇਖਦੇ ਪਏ ਨੇ। ਔਰ ਅਸੀਂ ਵੀ ਅੱਜ ਇਸੇ ਹੀ ਕੰਟੈਕਸਟ ਦੇ ਵਿੱਚ ਸਾਰੀ ਗੱਲਬਾਤ ਕਰਾਂਗੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਂਡ ਸੋਸ਼ਲ ਸਾਇੰਟਿਸਟ ਡਾਕਟਰ ਸੰਜੀਵ ਗੁਪਤਾ। ਵੈਲਕਮ ਟੂ ਪੰਜਾਬ ਚਰਚਾ ਸੰਜੀਵ ਜੀ। ਨਮਸਕਾਰ ਸੰਜੀਵ ਜੀ। ਸੋ ਬਾਈਡਨ ਸਾਹਿਬ ਦੀ ਆਪਾਂ ਜੇ ਗੱਲ ਕਰੀਏ, ਕਿਉਂਕਿ ਭਾਰਤ ਦੀ ਧਰਤੀ ਤੋਂ ਸਿੱਧਾ ਉਹ ਵੀਅਤਨਾਮ ਚਲੇ ਗਏ ਔਰ ਇੱਥੇ ਵੀ ਇੱਕ ਪੋਜ਼ਿਟਿਵ ਰੋਲ ਅਦਾ ਕੀਤਾ ਹੈ। ਉਹਨਾਂ ਦੇ ਸਮਰਥਨ ਦੇ ਨਾਲ ਇੰਡੀਆ ਗਲੋਬਲ ਸਾਊਥ ਦਾ ਲੀਡਰ ਵੀ ਬਣਿਆ ਹੈ। ਸੋ ਗੱਲਾਂ ਇਹ ਹੋ ਰਹੀਆਂ ਨੇ ਸੰਜੀਵ ਜੀ ਕਿ ਜੋ ਇਹ ਸਭ ਐਲਾਨਨਾਮੇ ਕੀਤੇ ਗਏ ਨੇ, ਕੋਰੀਡੋਰ ਦੀ ਗੱਲ ਹੋ ਰਹੀ ਹੈ, ਗਲੋਬਲ ਸਾਊਥ ਦੀ ਗੱਲ ਹੋ ਰਹੀ ਹੈ, ਐਨਵਾਇਰਨਮੈਂਟ ਦੀ ਗੱਲ ਹੋ ਰਹੀ ਹੈ, ਤਮਾਮ ਗੱਲਾਂ ਹੋ ਰਹੀਆਂ ਨੇ। ਇਹ ਸਿਰਫ ਗੱਲਾਂ ਨੇ, ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਹੁਣ ਵੀ ਹੋਈਆਂ ਨੇ। ਇਹਦੇ ਉੱਤੇ ਅਮਲ ਹੋਣਾ ਔਰ ਇਹਦੇ ਰਿਜ਼ਲਟ ਆਉਣਾ ਮੁਸ਼ਕਿਲ ਗੱਲ ਲੱਗਦੀ ਹੈ, ਕਿਉਂਕਿ ਸਾਰੀ ਕੰਟਰੀਜ਼ ਆਪਣਾ ਆਪਣਾ ਫਾਇਦਾ ਦੇਖਦੀਆਂ ਨੇ। ਔਰ ਇਹ ਗੱਲਾਂ ਉਦੋਂ ਸੰਭਵ ਹੋ ਸਕਦੀਆਂ ਨੇ ਜਦੋਂ ਸਾਰੇ ਜਣੇ ਆਪਣੇ ਇੰਡੀਵਿਜੂਅਲ ਫਾਇਦੇ ਤੋਂ ਉੱਤੇ ਉੱਠ ਕੇ ਪੂਰੀ ਦੁਨੀਆ ਦਾ ਫਾਇਦਾ ਦੇਖਣ। ਤਾਂ ਇਹ ਸਭ ਗੱਲਾਂ ਹੀ ਰਹਿ ਜਾਣੀਆਂ ਨੇ, ਇਹਨਾਂ ਉੱਤੇ ਕਾਰਵਾਈ ਨਹੀਂ ਹੋਣੀ। ਸੰਜੀਵ ਜੀ ਨਮਸਕਾਰ ਦੇਖਣ ਵਾਲੇ ਸਾਥੀਓ। ਜੇ ਅਸੀਂ ਅੱਜ ਦੀ ਜਿਹੜੀ ਹਾਲਾਤ ਹੈ ਉਸ ਤੇ ਥੋੜਾ ਜਿਹਾ ਨਜ਼ਰ ਪਾਈਏ ਤੇ USA ਵੀ ਚਾਈਨਾ ਤੋਂ ਬਹੁਤ ਜ਼ਿਆਦਾ ਖੁਸ਼ ਨਹੀਂ ਹੈ। ਭਾਰਤ ਤੇ ਬਿਲਕੁਲ ਹੀ ਉਹਦੇ ਥੋੜਾ ਜਿਹਾ ਅਗੇਂਸਟ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਵੇਂ ਕਿ ਪਿੱਛੇ ਰਿਪੋਰਟ ਆਈ ਕਿ ਜਿਹੜੇ ਇੰਪੋਰਟ ਹੈ ਚਾਈਨਾ ਤੋਂ, ਉਹ ਭਾਰਤ ਬਹੁਤ ਜ਼ਿਆਦਾ ਰਿਸਟ੍ਰਿਕਟ ਕਰ ਰਿਹਾ ਹੈ। ਇੰਡੀਅਨ ਗਵਰਨਮੈਂਟ ਕਹਿ ਰਹੀ ਨੇ ਕਿ ਚਾਈਨਾ ਤੋਂ ਇੰਪੋਰਟ ਘਟਾਈਆਂ ਜਾਣ। ਤੇ ਇੱਕ ਨਵਾਂ ਜਿਹੜਾ ਕੋਰੀਡੋਰ ਦੀ ਗੱਲ ਹੋਈ ਹੈ,
ਜੇ ਅਸੀਂ ਉਹਨੂੰ ਪੇਪਰ ਤੇ ਦੇਖੀਏ, ਕਾਗਜ਼ ਤੇ ਦੇਖੀਏ ਤਾਂ ਬਹੁਤ ਅੱਛੀ ਗੱਲ ਹੈ। ਇੱਕ ਨਵਾਂ ਰੂਟ ਬਣੇਗਾ, ਇੱਕ ਨਵੀਂ ਜਿਹੜੀ ਉਮੀਦ ਹੈ ਟ੍ਰੇਡ ਦੀ ਉਹ ਨਵੀਂ ਖੁੱਲੇਗੀ। ਲੇਕਿਨ ਇਹ ਕਿੰਨਾ ਸਕਸੈਸਫੁਲ ਹੁੰਦਾ ਹੈ ਇਸ ਤੇ ਥੋੜਾ ਜਿਹਾ ਡਾਊਟ ਇਸ ਕਰਕੇ ਹੈ ਕਿਉਂਕਿ ਵਿੱਚ ਕੁਝ ਕੰਟਰੀਜ਼ ਐਸੇ ਹੈ ਜਿਹੜੇ ਇਹਨੂੰ ਬਹੁਤ ਅੱਛੀ ਤਰ੍ਹਾਂ ਸਪੋਰਟ ਨਹੀਂ ਕਰ ਰਹੇ। ਵਿयतनाम ਜੋ ਕਿ ਜਿਓ ਬਿਡਨ ਜੀ ਗਏ, ਉਹਦੇ ਪਿੱਛੇ ਇੱਕ ਬਹੁਤ ਹੀ ਅਹਿਮ ਮਸਲਾ ਹੈ। ਉਹ ਇਹ ਹੈ ਕਿ ਚਾਈਨਾ ਦੇ ਵਿੱਚੋਂ USA ਆਪਣੀ ਇਨਵੈਸਟਮੈਂਟ ਜਿਹੜੀਆਂ ਘਟਾ ਰਿਹਾ ਹੈ ਤੇ ਵਿयतनाम ਇੱਕ ਐਸਾ ਕੰਟਰੀ ਹੈ ਜਿਸ ਤੇ ਇਨਵੈਸਟਮੈਂਟਸ ਵਧ ਰਹੀ ਹੈ ਔਰ ਉਹਨਾਂ ਨੇ ਕਈ ਇਨਸੈਂਟਿਵਸ ਵੀ ਦਿੱਤੇ ਨੇ। USA ਨੇ ਬਹੁਤ ਇਨਸੈਂਟਿਵ ਦਿੱਤੇ ਨੇ। ਹਾਲਾਂਕਿ ਇੰਡੀਆ ਕੋਲ ਵੀ ਕੁਝ ਇਨਵੈਸਟਮੈਂਟਸ ਜਿਹੜੀਆਂ ਆਈਆਂ, ਖਾਸ ਕਰ ਜੇ ਆਪਾਂ ਦੇਖੀਏ ਕਿ ਐਪਲ ਫੋਨ ਜਿਹੜਾ ਹੈ ਉਹ ਚਾਈਨਾ ਦੇ ਵਿੱਚ ਉਹਨਾਂ ਦੀ ਇੱਕ ਮੋਨੋਪੋਲੀ ਸੀਗੀ। ਐਪਲ ਫੋਨ ਜਿਹੜਾ ਉਹ ਬਣਾਉਂਦੇ ਸੀਗੇ ਫॉर ਦੀ ਏਸ਼ੀਅਨ ਕੰਟਰੀਜ਼, ਉਹਦਾ ਕਾਫੀ ਹਿੱਸਾ ਇੰਡੀਆ ਕੋਲ ਵੀ ਆ ਗਿਆ ਹੈ। ਲੇਕਿਨ ਵਿयतनाम ਵੀ ਉਨੀ ਹੀ ਕੋਸ਼ਿਸ਼ ਕਰ ਰਿਹਾ USA ਦੇ ਨਾਲ ਆਪਣੇ ਸੰਬੰਧ ਇੰਪਰੂਵ ਕਰਨ ਲਈ, ਤਾਂ ਕਿ USA ਦੀ ਜਿਹੜੀ ਇਨਵੈਸਟਮੈਂਟ ਹੈ ਉਹ ਵਿयतनाम ਦੇ ਵਿੱਚ ਜ਼ਰੂਰ ਆਵੇ। ਗੱਲਬਾਤ ਕਨਸਟੀਟਿਊਸ਼ਨ ਦੀ ਵੀ ਹੈ, ਗੱਲਬਾਤ ਜਿਹੜੀ ਹੈ ਉਹ ਨਵੇਂ ਜਿਹੜਾ ਇਨਵਾਇਰਨਮੈਂਟ ਆਇਆ, ਬਿਜ਼ਨਸ ਇਨਵਾਇਰਨਮੈਂਟ ਸਮਝ ਲਓ ਜਾਂ ਪੋਲੀਟੀਕਲ ਇਨਵਾਇਰਨਮੈਂਟ ਸਮਝ ਲਓ, ਕਾਫੀ ਜ਼ਿਆਦਾ ਚੇਂਜਸ ਹੈ। ਤੇ ਇਹ 'ਚ ਕੋਈ ਸ਼ੱਕ ਨਹੀਂ ਕਿ ਜਿਵੇਂ ਜਿਵੇਂ ਬਿਜ਼ਨਸ ਚੇਂਜ ਹੋ ਰਿਹਾ ਹੈ, ਜਿਵੇਂ ਜਿਵੇਂ ਜਿਹੜੇ ਡਿਵੈਲਪਿੰਗ ਕੰਟਰੀਜ਼ ਹੈ ਉਹ ਡਿਵੈਲਪ ਕੰਟਰੀਜ਼ ਵੱਲ ਵੱਧ ਰਹੇ ਨੇ, ਤੇ ਪਾਲਿਸੀਜ਼ ਤੇ ਕਨਸਟੀਟਿਊਸ਼ਨ 'ਚ ਚੇਂਜ ਦੀ ਜ਼ਰੂਰਤ ਹੈ। ਇੰਡੀਆ ਨੇ ਕੁਝ ਚੇਂਜਸ ਜ਼ਰੂਰ ਕੀਤੀਆਂ, ਕੁਝ ਲਾਜ਼ ਵੀ ਲੈ ਕੇ ਆਏ ਨੇ, ਕੁਝ ਇਹਨਾਂ ਨੇ ਇਨਸੈਂਟਿਵਸ ਵੀ ਦਿੱਤੇ ਨੇ। ਲੇਕਿਨ USA ਦੇ ਕਨਸਟੀਟਿਊਸ਼ਨ ਦੀ ਗੱਲ ਕਰੀਏ, USA ਦੇ ਜੇ ਬਿਜ਼ਨਸ ਦੀ ਗੱਲ ਕਰੀਏ, ਤੇ ਵਿਵੇਕ ਜੀ ਨੇ ਜਿਹੜਾ ਨਵਾਂ ਮੁੱਦਾ ਸ਼ੁਰੂ ਕੀਤਾ ਹੈ ਕਿ ਅਸੀਂ ਕਨਸਟੀਟਿਊਸ਼ਨਸ 'ਚ ਚੇਂਜਸ ਲਿਆਵਾਂਗੇ। H1 ਵੀਜ਼ਾ ਜਿਹੜਾ ਭਾਰਤ ਦੇ ਖਾਸ ਕਰ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਕਾਫੀ ਜ਼ਿਆਦਾ ਸੂਟ ਕਰਦਾ ਹੈ, ਉਸ ਤੇ ਕੁਝ ਤਬਦੀਲੀਆਂ ਆਉਣਗੀਆਂ। ਦੇਖਣਾ ਇਹ ਹੈ ਕਿ ਕਿਆ ਬਿਡਨ ਜੀ ਆਪਣੇ ਏਜ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਆ ਅਗਲਾ ਇਲੈਕਸ਼ਨ ਉਹ ਲੜਨਗੇ ਜਾਂ ਕਿਸੇ ਹੋਰ ਨੂੰ ਕੁਰਸੀ ਦੇਣ ਦੀ ਕੋਸ਼ਿਸ਼ ਕਰਨਗੇ। ਟਰੰਪ ਦੇ ਤਾਂ ਆਪਣਾ ਉਹਨਾਂ ਨੇ ਦਾਅਵੇਦਾਰੀ ਉਹਨਾਂ ਨੇ ਪ੍ਰਪੋਜ਼ ਕਰ ਦਿੱਤੀ ਹੈ, ਪਰ ਥੋੜਾ ਜਿਹਾ ਟਾਈਮ ਹੋਰ ਲੱਗੇਗਾ ਦੇਖਣ 'ਚ ਕਿ USA ਦੀ ਜਿਹੜੀ ਪੋਲੀਟੀਕਲ ਫਿਗਰਸ ਹੈ ਉਹ ਕਿੱਧਰਲੇ ਪਾਸੇ ਆਪਣਾ ਜਿਹੜਾ ਉਹ ਸਮਰਥਨ ਦਿੰਦੀ ਹੈ। ਜੀ ਸੰਜੀਵ ਜੀ, ਨਾਓ G20 ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਜੋ ਉੱਥੇ ਸਾਰੀ ਅਨਾਉਂਸਮੈਂਟਸ ਹੋਈਆਂ ਨੇ, ਤੁਹਾਨੂੰ ਕੀ ਲੱਗਦਾ ਹੈ ਉਹ ਅਨਾਉਂਸਮੈਂਟਸ ਤੱਕ ਹੀ ਰਹਿ ਜਾਣਗੀਆਂ ਜਾਂ ਉਹਦੇ ਉੱਤੇ ਪ੍ਰੈਕਟੀਕਲ ਵੀ ਕੋਈ ਗੱਲ ਹੋਏਗੀ? ਇਕਨੋਮਿਕ ਕੋਰੀਡੋਰ ਦੇ ਜਿੱਦਾਂ ਆਪਾਂ ਗੱਲ ਕੀਤੀ ਹੈ, ਗਲੋਬਲ ਸਾਊਥ ਦੀ ਜਿੱਦਾਂ ਆਪਾਂ ਗੱਲ ਕੀਤੀ ਹੈ, ਔਰ ਪੂਰੀ ਦੁਨੀਆ ਨੂੰ ਫਾਈਨੈਂਸ਼ੀਅਲੀ ਇੱਕ ਅਪਲਿਫਟ ਦੇਣ ਦੀ ਗੱਲ ਹੋ ਰਹੀ ਹੈ, ਐਨਵਾਇਰਨਮੈਂਟ ਦੀ ਗੱਲ ਹੋ ਰਹੀ ਹੈ, ਔਰ ਰਸ਼ੀਆ ਤੇ ਚਾਈਨਾ ਦੂਰ ਨੇ। ਸੋ ਅਮਰੀਕਾ ਸਕਸੈਸਫੁਲ ਹੋ ਸਕੇਗਾ ਉਹ ਸਾਰੀਆਂ ਅਨਾਉਂਸਮੈਂਟਸ ਨੂੰ ਪ੍ਰੈਕਟੀਕਲੀ ਲਾਗੂ ਕਰਵਾਉਣ ਦੇ ਵਿੱਚ, ਬੀਇੰਗ ਅ ਵਰਲਡ ਲੀਡਰ? ਸੰਜੀਵ ਜੀ। ਸੰਜੀਵ ਜੀ, ਗੱਲ ਇਹ ਹੈ ਕਿ ਇਹ ਜਿਹੜੀਆਂ ਜਿੰਨੀਆਂ ਅਨਾਉਂਸਮੈਂਟਸ ਹੈ ਇਹਨਾਂ ਨੂੰ ਇੰਪਲੀਮੈਂਟ ਕਰਨ 'ਚ ਟਾਈਮ ਲੱਗਦਾ ਹੈ, ਕਿਉਂਕਿ ਹਾਲੇ ਸਿਰਫ ਅਨਾਉਂਸਮੈਂਟ ਹੋਈਆਂ, ਉਹਨਾਂ ਦੀ ਜਿਹੜੇ ਹੋਰ ਡਿਟੇਲ 'ਚ ਜਾਣਗੇ, ਸਟੱਡੀ ਕੀਤਾ ਜਾਏਗਾ। ਤੇ ਡਿਪੈਂਡ ਜ਼ਿਆਦਾ ਇਹ ਕਰੇਗਾ ਕਿ USA ਦਾ ਅਗਲਾ ਪ੍ਰੈਜ਼ੀਡੈਂਟ ਕੌਣ ਆਉਂਦਾ ਹੈ, ਕਿਉਂਕਿ ਟਰੰਪ ਦੇ ਸਾਹਿਬ ਦੀ ਜਿਹੜੀਆਂ ਸੋਚ ਹੈ ਉਹ ਡਿਫਰੈਂਟ ਹੈ, ਜਿਓ ਬਿਡਨ ਸਾਹਿਬ ਦੀ ਸੋਚ ਡਿਫਰੈਂਟ ਹੈ, ਤੇ ਜਿਹੜੇ ਭਾਰਤੀ ਮੂਲ ਦੇ ਵਿਵੇਕ ਜੀ ਵਿੱਚ ਉਹਨਾਂ ਨੇ ਆਪਣਾ ਦਾਅਵੇਦਾਰੀ ਪੇਸ਼ ਕੀਤੀ ਹੈ, ਉਹਨਾਂ ਦੀ ਸੋਚ ਦੋਨਾਂ ਨਾਲੋਂ ਵੀ ਡਿਫਰੈਂਟ ਹੈ। ਕਿਉਂਕਿ ਇਸ ਇਕਨੋਮਿਕ ਕੋਰੀਡੋਰ ਸਮਝ ਲਓ ਜਾਂ ਦੁਨੀਆ ਦੀ ਇਕਨੋਮਿਕ ਅਪਲਿਫਟਮੈਂਟ ਸਮਝ ਲਓ, ਉਹਨਾਂ ਦੇ ਵਿੱਚ USA ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਤੇ ਇਹਨਾਂ ਦੀ ਜਿਹੜੀ ਪਾਲਿਸੀਜ਼ ਹੈ ਉਹ ਉਦੋਂ ਹੀ ਡਿਸਾਈਡ ਹੋ ਪਾਉਣਗੀਆਂ ਜਦੋਂ ਅਗਲਾ ਪ੍ਰੈਜ਼ੀਡੈਂਟ USA ਚੁਣੇਗਾ। ਹਾਲਾਂਕਿ ਜੇ ਆਪਾਂ ਨੀਚੇ ਦੀ ਗੱਲ ਕਰੀਏ, ਜ਼ਮੀਨ ਪੱਧਰ ਦੀ ਗੱਲ ਕਰੀਏ, ਤਾਂ ਭਾਰਤ ਨੇ ਜਿਹੜਾ ਸ਼ੁਰੂ ਕੀਤਾ ਹੈ ਕੰਮ, ਉਹ ਬਹੁਤ ਚੰਗਾ ਹੈ ਲੋਕਾਂ ਨੂੰ ਮਿਲਾਉਣ ਦਾ, ਲੋਕਾਂ ਨੂੰ ਇੱਕ ਕਰਨ ਦਾ। ਔਰ ਅੱਜ ਕੱਲ੍ਹ ਵਨ ਵਰਲਡ, ਵਨ ਨੇਸ਼ਨ, ਵਨ ਅਰਥ, ਉਹ ਸਾਰਾ ਕੁਝ ਜਿਹੜਾ ਉਹ ਪੋਸੀਬਲ ਕਰਨਾ ਪਏਗਾ ਜੇ ਅਸੀਂ ਸਰਵਾਈਵ ਕਰਨਾ ਹੈ। ਜੇ ਇੱਦਾਂ ਹੀ ਯੂਕਰੇਨ ਰਸ਼ੀਆ ਮੰਗਰ ਅਸੀਂ ਲੜੇ ਜਾਣਾ ਹੈ ਜਾਂ ਕੋਈ ਹੋਰ ਦੋ ਕੰਟਰੀ ਆਪਸ 'ਚ ਇੰਨੀ ਦੇਰ ਵਾਰ ਚਲਾਉਣਗੇ ਤਾਂ ਸ਼ਾਇਦ ਇਕਨੋਮਿਕ ਅਪਲਿਫਟਮੈਂਟ ਨੂੰ ਬਹੁਤ ਵੱਡਾ ਧੱਕਾ ਲੱਗੇਗਾ।
ਜੀ ਸੰਜੀਵ ਜੀ, ਇਹ ਬਹੁਤ ਵਧੀਆ ਜੋ ਤੁਸੀਂ ਇੱਕ ਸਲੋਗਨ ਦੀ ਗੱਲ ਕੀਤੀ ਹੈ G20 ਦੇ, ਵਨ ਅਰਥ, ਵਨ ਫੈਮਿਲੀ, ਵਨ ਫਿਊਚਰ। ਸੋ ਇਹਦੇ ਵਾਸਤੇ ਜ਼ਿਆਦਾ ਜ਼ਰੂਰੀ ਹੈ ਕਿ ਡੈਮੋਕ੍ਰੇਸੀਜ਼ ਸਲਾਮਤ ਰਹਿਣ, ਤਾਂ ਕਿ ਗੱਲਾਂ ਬਾਤਾਂ ਹੁੰਦੀਆਂ ਰਹਿਣ ਪਬਲਿਕ ਦੇ ਵਿੱਚ ਵੀ ਤੇ ਗਵਰਨਮੈਂਟ ਦੇ ਵਿੱਚ ਵੀ। ਇੱਕ ਖਾਸ ਇੰਪੋਰਟੈਂਟ ਕੁਐਸਚਨ ਇੱਥੇ ਮੈਂ ਪੁੱਛਣਾ ਚਾਹਾਂਗਾ ਕਿ ਇਹ ਸਭ ਕੁਝ ਤਾਂ ਹੀ ਸੰਭਵ ਹੈ ਕਿ ਜੇ ਪਬਲਿਕ ਨਾਲ ਤੁਰੇ। ਵਨ ਫੈਮਿਲੀ ਤਾਂ ਹੀ ਹੈ ਨਾ, ਵਨ ਅਰਥ ਤਾਂ ਹੀ ਹੈ ਔਰ ਵਨ ਫਿਊਚਰ ਤਾਂ ਹੀ ਹੈ ਜੇ ਇਕੱਠੇ ਗੱਲਬਾਤ ਕਰੀਏ। ਸੋ ਬਾਈਡਨ ਸਾਹਿਬ ਨੇ ਇੱਕ ਗੱਲ ਦਾ ਜ਼ਿਕਰ ਕੀਤਾ, ਜਦੋਂ ਪ੍ਰਾਈਮ ਮਿਨਿਸਟਰ ਆਫ ਇੰਡੀਆ ਅਮਰੀਕਾ ਜਾਂਦੇ ਨੇ, ਪਿੱਛੇ ਜੇ ਜਾ ਕੇ ਆਏ ਨੇ, ਤਾਂ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਵਾਲ ਸਟਰੀਟ ਜਰਨਲ ਦੀ ਇੱਕ ਪੱਤਰਕਾਰ ਨੇ ਮੋਦੀ ਸਾਹਿਬ ਨੂੰ ਸਵਾਲ ਪੁੱਛਿਆ ਹੈ, ਜਿਹਦੇ ਵਿੱਚ ਮਾਈਨੋਰਿਟੀਜ਼ ਦੀ ਗੱਲ ਹੋਈ ਹੈ, ਹਿਊਮਨ ਰਾਈਟਸ ਦੀ ਗੱਲ ਹੋਈ ਹੈ। ਔਰ ਐਕਸਪਰਟਸ ਕਿਤੇ ਨਾ ਕਿਤੇ ਇਹ ਰਾਏ ਰੱਖਦੇ ਨੇ ਕਿ ਮੋਦੀ ਸਾਹਿਬ ਨੇ ਜਵਾਬ ਜ਼ਰੂਰ ਦਿੱਤਾ ਹੈ, ਪਰ ਸਵਾਲ ਦਾ ਜਵਾਬ ਜਸਟੀਫਾਈ ਨਹੀਂ ਹੁੰਦਾ ਪਿਆ। ਇਹ ਗੱਲ ਚਰਚਾ ਦਾ ਵਿਸ਼ਾ ਰਹੀ ਕਿ ਇਹ ਜਸਟੀਫਾਈ ਕਿਉਂ ਨਹੀਂ ਹੋ ਰਿਹਾ। ਦੂਸਰੀ ਗੱਲ, ਜਦੋਂ ਬਾਈਡਨ ਸਾਹਿਬ G20 ਤੋਂ ਬਾਅਦ ਵੀਅਤਨਾਮ ਜਾਂਦੇ ਨੇ ਔਰ ਉੱਥੇ ਵੀ ਸੇਮ ਗੱਲ ਕਹਿੰਦੇ ਨੇ ਕਿ ਮੈਂ ਗੱਲ ਕੀਤੀ ਹੈ ਫ੍ਰੀ ਪ੍ਰੈਸ ਦੀ, ਮੈਂ ਗੱਲ ਕੀਤੀ ਹੈ ਹਿਊਮਨ ਰਾਈਟਸ ਦੀ। ਹੁਣ ਫ੍ਰੀ ਪ੍ਰੈਸ ਹੋਣੀ ਚਾਹੀਦੀ ਹੈ ਡੈਮੋਕ੍ਰੇਸੀ ਦੇ ਵਿੱਚ, ਹਿਊਮਨ ਰਾਈਟਸ ਹੋਣੇ ਚਾਹੀਦੇ ਨੇ ਡੈਮੋਕ੍ਰੇਸੀ ਦੇ ਵਿੱਚ, ਫਿਰ ਪ੍ਰੈਸ ਕਾਨਫਰੰਸ ਵੀ ਹੋਣੀ ਚਾਹੀਦੀ ਹੈ, ਤਾਂ ਹੀ ਤਾਂ ਫ੍ਰੀ ਪ੍ਰੈਸ ਹੈ। ਕਿਉਂਕਿ ਪੱਤਰਕਾਰ ਆ ਕੇ ਲੋਕਾਂ ਦੀ ਹੀ ਗੱਲ ਕਹਿੰਦੇ ਨੇ, ਲੋਕਾਂ ਦੇ ਹੀ ਸਵਾਲ ਪੁੱਛਦੇ ਨੇ ਅਥਾਰਟੀਜ਼ ਕੋਲੋਂ, ਚਾਹੇ ਉਹ ਪ੍ਰਾਈਮ ਮਿਨਿਸਟਰ ਸਾਹਿਬ ਹੋਣ, ਚਾਹੇ ਉਹ ਹੋਰ ਮਿਨਿਸਟਰ ਸਾਹਿਬਾਨ ਹੋਣ, ਚਾਹੇ ਰੂਲਿੰਗ ਪਾਰਟੀ ਹੋਵੇ, ਚਾਹੇ ਗਵਰਨਮੈਂਟ ਹੋਵੇ। ਪੱਤਰਕਾਰ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਆਉਂਦੇ ਨੇ। ਆਫ ਕੋਰਸ ਅਸੀਂ ਜਾਣਦੇ ਹਾਂ ਕੁਝ ਸਪਾਂਸਰਡਸ ਵੀ ਹੁੰਦੇ ਨੇ, ਕੁਝ ਨੈਗੇਟਿਵ ਵੀ ਹੁੰਦੇ ਨੇ, ਵੀ ਨੋ ਇਟ, ਬਟ ਡੈਮੋਕ੍ਰੇਸੀ ਦੀ ਸ਼ਾਨ ਇਹਦੇ ਵਿੱਚ ਹੀ ਹੈ ਕਿ ਪ੍ਰੈਸ ਕਾਨਫਰੰਸ ਹੋਣ। ਸੋ ਬਾਈਡਨ ਸਾਹਿਬ ਨੇ ਵੀ ਇਸ ਚੀਜ਼ ਦਾ ਹਵਾਲਾ ਦਿੱਤਾ ਵੀਅਤਨਾਮ ਦੀ ਧਰਤੀ ਦੇ ਉੱਤੇ। ਅਸੀਂ ਦੇਖ ਰਹੇ ਹਾਂ ਕਿ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਾ ਦੇ ਬਰਾਬਰ ਪ੍ਰੈਸ ਕਾਨਫਰੰਸਿਸ ਨੇ ਉਹਨਾਂ ਦੇ ਸਾਰੇ ਪੀਰੀਅਡ ਦੇ ਵਿੱਚ। ਵਾਟ ਡੂ ਯੂ ਥਿੰਕ, ਕਿਉਂ ਇੱਦਾਂ ਕਿਉਂ ਲੱਗਦਾ ਤੁਹਾਨੂੰ? ਜੀ, ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟ ਹੁੰਦਾ ਹੈ, ਜਿਵੇਂ ਕਿ ਤੁਸੀਂ ਕਿਹਾ ਪ੍ਰੈਸ ਕਾਨਫਰੰਸ ਹੋਣੀ ਚਾਹੀਦੀ ਹੈ, ਫ੍ਰੀ ਪ੍ਰੈਸ ਹੋਣੀ ਚਾਹੀਦੀ ਹੈ, ਲੇਕਿਨ ਜੇ ਅਸੀਂ ਭਾਰਤ ਦੀ ਗੱਲ ਕਰੀਏ, ਇੰਡੀਆ ਦੀ ਗੱਲ ਕਰੀਏ, ਇੰਡੀਆ ਪੋਲੀਟੀਕਲ ਸਿਚੁਏਸ਼ਨ ਦੀ ਗੱਲ ਕਰੀਏ, ਤੇ ਜਿੰਨੀਆਂ ਵੀ ਪ੍ਰੈਸ ਕਾਨਫਰੰਸ ਹੁੰਦੀਆਂ ਉਸ 'ਚ ਐਲੀਗੇਸ਼ਨ ਜ਼ਿਆਦਾ ਲੱਗਦੇ ਨੇ, ਉਸ 'ਚ ਝੂਠੀਆਂ ਗੱਲਾਂ ਵੀ ਜ਼ਿਆਦਾ ਕੀਤੀਆਂ ਜਾਂਦੀਆਂ ਨੇ। ਜਿਵੇਂ ਕਿ ਤੁਸੀਂ ਕਿਹਾ ਸਪਾਂਸਰਡ ਮੀਡੀਆ ਵੀ ਹੁੰਦਾ ਹੈ, ਨੈਗੇਟਿਵਿਟੀ ਵੀ ਆ ਜਾਂਦੀ ਹੈ। ਮੈਨੂੰ ਇਹ ਲੱਗਦਾ ਕਿ ਪ੍ਰਧਾਨ ਮੰਤਰੀ ਜੀ ਉਸ ਚੀਜ਼ ਨੂੰ ਅਵੋਇਡ ਕਰਨਾ ਚਾਹੁੰਦੇ ਨੇ, ਕਿਉਂਕਿ ਭਾਰਤ ਦੇ ਇਲੈਕਸ਼ਨਸ ਆ ਰਹੇ ਨੇ ਔਰ ਜਿੰਨੀ ਅਸੀਂ ਨੈਗੇਟਿਵਿਟੀ ਫੈਲਾਵਾਂਗੇ ਭਾਰਤ ਦੇ ਵਿੱਚ, ਉਹ ਸਿਰਫ ਭਾਰਤ ਦੇ ਵਿੱਚ ਨਹੀਂ ਰਹਿ ਜਾਂਦੀ, ਉਹ ਸਾਰੀ ਦੁਨੀਆ 'ਚ ਫੈਲਦੀ ਹੈ। ਕੁਝ ਚੀਜ਼ਾਂ ਗਲਤ ਵੀ ਕਹੀਆਂ ਜਾਂਦੀਆਂ, ਕੁਝ ਚੀਜ਼ਾਂ ਗਲਤ ਕੀਤੀਆਂ ਵੀ ਹੁੰਦੀਆਂ, ਲੇਕਿਨ ਕਿਆ ਅਸੀਂ ਆਪਣਾ ਜਿਹੜਾ ਇਮੇਜ ਹੈ ਭਾਰਤ ਦਾ ਵਰਲਡ ਦੇ ਸਾਹਮਣੇ, ਉਹ ਨੈਗੇਟਿਵ ਪੇਸ਼ ਕਰਨਾ ਹੈ ਜਾਂ ਉਹਨੂੰ ਪੋਜ਼ਿਟਿਵਲੀ ਪੇਸ਼ ਕਰਨਾ ਹੈ? ਕਿਉਂਕਿ ਪਿਛਲੇ ਕੁਝ ਸਾਲਾਂ 'ਚ ਭਾਰਤ ਦੀ ਜਿਹੜੀ ਇਮੇਜ ਹੈ ਉਹ ਵਰਲਡ ਦੇ ਵਿੱਚ ਜ਼ਰੂਰ ਬੈਟਰ ਹੋਈ ਹੈ। ਭਾਰਤ ਨੇ ਕੋਸ਼ਿਸ਼ ਵੀ ਕੀਤੀ ਹੈ ਕਿ ਯੂਕਰੇਨ ਰਸ਼ੀਆ ਵਾਰ ਨੂੰ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ। ਭਾਰਤ ਨੇ ਕੋਸ਼ਿਸ਼ ਵੀ ਕੀਤੀ ਹੈ ਕਿ ਰਸ਼ੀਆ ਤੇ USA ਦੇ ਨਾਲ ਟ੍ਰੇਡ ਦਾ ਬੈਲੈਂਸ ਕੀਤਾ ਜਾਵੇ। ਤਾਂ ਥੋੜੀ ਇਮੇਜ ਇੰਪਰੂਵ ਹੋਈ ਹੈ। ਇਸ ਕਰਕੇ ਹੋ ਸਕਦਾ ਪ੍ਰਧਾਨ ਮੰਤਰੀ ਜੀ ਇਸ ਕਰਕੇ ਪ੍ਰੈਸ ਕਾਨਫਰੰਸਿਸ ਜ਼ਿਆਦਾ ਨਾ ਕਰਨ ਕਿ ਭਾਰਤ ਦੀ ਜਿਹੜੀ ਇਮੇਜ ਹੈ, ਜਿਹੜੀ ਪੋਜ਼ਿਟਿਵ ਇਮੇਜ ਬਣੀ ਹੈ, ਉਹਨੂੰ ਅਸੀਂ ਬਰਕਰਾਰ ਰੱਖ ਸਕੀਏ। ਇੱਕ ਤਾਂ ਇਹ ਰੀਜ਼ਨ ਹੋ ਸਕਦਾ ਜੀ ਸੰਜੀਵ ਜੀ, ਇੱਥੇ ਇੱਕ ਪੁਆਇੰਟ ਮੈਂ ਇਹ ਕਹਾਂਗਾ ਕਿ ਇਲੈਕਸ਼ਨਸ ਤੋਂ ਪਹਿਲਾਂ ਵੀ, ਮਤਲਬ 2014 ਤੋਂ ਦੇਖੀਏ ਤਾਂ 2023 ਤੱਕ, ਮਤਲਬ ਇਲੈਕਸ਼ਨਸ ਤੋਂ ਪਹਿਲਾਂ ਵੀ ਕੋਈ ਪ੍ਰੈਸ ਕਾਨਫਰੰਸ ਦੀ ਗੱਲ ਨਹੀਂ ਆਉਂਦੀ। ਹਾਂ, ਉਹ ਮਨ ਕੀ ਬਾਤ ਜ਼ਰੂਰ ਕਰਦੇ ਨੇ ਰੇਡੀਓ ਟੈਲੀਵਿਜ਼ਨ ਦੇ ਉੱਤੇ। ਜੀ ਸੰਜੀਵ ਸੀ, ਮਨ ਕੀ ਬਾਤ ਜਿਹੜੀ ਹੈ ਉਹ ਇੱਕ ਸਾਈਡ ਤੇ ਹੈ, ਵਨ ਸਾਈਡ ਹੈ। ਕਹਿਣਾ ਚਾਹੁੰਦੇ ਹੋ ਉਹ ਤੁਸੀਂ ਕਹਿ ਦਿੱਤਾ, ਤੁਸੀਂ ਐਕਸਪਲੇਨ ਕਰ ਦਿੱਤਾ, ਸਭ ਕੁਝ ਠੀਕ ਹੈ, ਲੇਕਿਨ ਪ੍ਰੈਸ ਕਾਨਫਰੰਸ ਹਮੇਸ਼ਾ ਜਿਹੜੀ ਹੈ ਟੂ ਸਾਈਡ ਕਮਿਊਨੀਕੇਸ਼ਨ ਹੁੰਦਾ ਹੈ, ਦੂਜਾ ਵਾਲਾ ਬੰਦਾ ਵੀ ਬੋਲਦਾ ਹੈ। ਨੋ ਡਾਊਟ ਜਦੋਂ ਦੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਹੈ ਉਦੋਂ ਦੇ ਪ੍ਰੈਸ ਕਾਨਫਰੰਸਿਸ ਘੱਟ ਹੋਈਆਂ। ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੀ ਕਾਫੀ ਜ਼ਿਆਦਾ ਪ੍ਰੈਸ ਕਾਨਫਰੰਸ ਕਰਦੇ ਸੀ, ਕਾਫੀ ਜ਼ਿਆਦਾ ਮੁੱਦੇ ਜਿਹੜੇ ਹੈ ਉਹ ਐਕਸਪਲੇਨ ਕਰਦੇ ਸੀ ਆਪਣੇ ਵੱਲੋਂ। ਤੇ ਇਹਨਾਂ ਦਾ ਜਿਹੜਾ ਸਟਾਈਲ ਥੋੜਾ ਜਿਹਾ ਵਰਕਿੰਗ ਦਾ ਉਹ ਬਾਕੀਆਂ ਨਾਲੋਂ ਡਿਫਰੈਂਟ ਹੈ। ਪ੍ਰੈਸ ਕਾਨਫਰੰਸ ਘੱਟ ਕਰਦੇ ਨੇ, ਨੋ ਡਾਊਟ, ਲੇਕਿਨ ਇਹਨਾਂ ਦਾ ਮੈਂ ਇੱਕ ਸਟਾਈਲ ਆਫ ਵਰਕਿੰਗ ਇਹ ਵੀ ਹੈ ਕਿ ਇਹ ਆਪਣੇ ਜਿਹੜੇ ਪੋਲੀਟੀਕਲ ਅਪੋਨੈਂਟਸ ਹੈ ਉਹਨਾਂ ਨੂੰ ਕ੍ਰਿਟਿਸਾਈਜ਼ ਵੀ ਘੱਟ ਕਰਦੇ ਨੇ, ਪੋਜ਼ਿਟਿਵ ਗੱਲਾਂ ਕਰਦੇ ਨੇ,
ਲੇਕਿਨ ਹਾਂ ਪ੍ਰੈਸ ਕਾਨ ਕਿਉਂਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਗਲੀ ਪਾਲਿਸੀ ਕੀ ਆਉਣ ਵਾਲੀ ਹੈ ਤੇ ਪ੍ਰੈਸ ਕਾਨਫਰੰਸ ਦੇ ਥਰੂ ਇਹਨਾਂ ਨੂੰ ਆਪਣੀ ਜਿਹੜੀ ਪਾਲਿਸੀਜ਼ ਹੈ ਆਪਣੀ ਸੋਚ ਹੈ ਉਹ ਲੋਕਾਂ ਤੱਕ ਜ਼ਰੂਰ ਲੈ ਕੇ ਆਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਇਹ ਪਤਾ ਰਹੇ ਕਿ ਭਾਰਤ ਦਾ ਭਵਿੱਖ ਜਿਹੜਾ ਹੈ ਉਹ ਕਿੱਧਰਲੇ ਪਾਸੇ ਜਾ ਰਿਹਾ ਹੈ। ਜੀ ਸੰਜੀਵ, ਔਰ ਹੁਣ ਆਪਾਂ G20 ਤੇ ਵਾਪਸ ਆਉਂਦੇ ਆ। ਭਾਰਤ ਦੇ ਭਵਿੱਖ ਦੀ ਗੱਲ ਹੋ ਰਹੀ ਹੈ, ਦੁਨੀਆ ਦੇ ਭਵਿੱਖ ਦੀ ਗੱਲ ਹੋ ਰਹੀ ਹੈ, ਔਰ ਅਮਰੀਕਾ ਵੀ ਇਸੇ ਵਾਸਤੇ ਆਇਆ ਸੀ ਕਿ ਵਨ ਨੇਸ਼ਨ ਵਨ ਅਰਥ ਵਨ ਫੈਮਿਲੀ ਵਨ ਫਿਊਚਰ ਤੋਂ ਭਵਿੱਖ ਦੀ ਗੱਲ ਹੋ ਰਹੀ ਹੈ। ਸੋ ਇਸ ਭਵਿੱਖ ਦੀ ਗੱਲ ਦੇ ਵਿੱਚ ਅਸੀਂ ਦੇਖੀਏ ਤਾਂ G20 ਤੋਂ ਦੂਰੀ ਬਣਾ ਕੇ ਰੱਖੀ ਹੈ ਰਸ਼ੀਆ ਨੇ, ਚਾਈਨਾ ਨੇ। ਕਿਹਾ ਤਾਂ ਬਹੁਤ ਕੁਝ ਜਾ ਰਿਹਾ ਕਿ ਚਾਈਨਾ ਸ਼ਾਇਦ ਭਾਰਤ ਨੂੰ ਇੱਕ ਲੀਡਰ ਦੇ ਵਜੋਂ ਸਵੀਕਾਰ ਨਹੀਂ ਕਰਦਾ ਔਰ ਉਹਨਾਂ ਦੀਆਂ ਆਪਣੀਆਂ ਕੁਝ ਮਤਲਬ ਮਜਬੂਰੀਆਂ ਹੋ ਸਕਦੀਆਂ ਨੇ ਸ਼ੀ ਜਿਨਪਿੰਗ ਸਾਹਿਬ ਦੀਆਂ, ਇਸ ਕਰਕੇ ਉਹ ਨਹੀਂ ਆਏ। ਪਰ ਉਹ ਇੱਕ ਸਾਇਲੈਂਟ ਪ੍ਰੈਜ਼ੈਂਸ ਜ਼ਰੂਰ ਬਣਾ ਕੇ ਰੱਖੀ ਹੈ ਕਿ ਇੱਕ ਆਪਣੇ ਪ੍ਰਤੀਨਿਧੀ ਨੂੰ, ਇੱਕ ਆਪਣੇ ਰਿਪਰੈਜ਼ੈਂਟੇਟਿਵ ਨੂੰ ਭੇਜਿਆ ਹੈ ਔਰ ਕਿਤੇ ਨਾ ਕਿਤੇ ਇਫੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ G20 ਦੇ ਸਟੇਜ ਨੂੰ ਸਾਇਲੈਂਟਲੀ। ਸ਼ੀ ਜਿਨਪਿੰਗ ਇਸ ਤਰ੍ਹਾਂ ਗੇਮ ਚੱਲੇ ਨੇ ਔਰ ਰਸ਼ੀਆ ਵੱਲੋਂ ਇਹ ਹੈ ਕਿ ਕਿਹਾ ਜਾਂਦਾ ਹੈ ਕਿ ਯੂਕਰੇਨ ਦੇ ਨਾਲ ਯੁੱਧ ਦੇ ਵਿੱਚ ਫਸੇ ਹੋਏ ਨੇ ਪੁਤਿਨ ਸਾਹਿਬ, ਇਸ ਕਰਕੇ ਨਹੀਂ ਆ ਸਕੇ, ਪਰ ਫਿਰ ਵੀ ਉਹਨਾਂ ਵੱਲੋਂ ਸ਼ੁਭ ਇੱਛਾਵਾਂ ਔਰ ਇਹ ਸਭ ਗ੍ਰੀਟਿੰਗਸ ਮਿਲੀਆਂ ਨੇ। ਬਟ ਰਿਐਲਿਟੀ ਵਾਈ ਰਸ਼ੀਆ ਔਰ ਚਾਈਨਾ ਇੱਕ ਵੱਡੇ ਲੀਡਰਸ ਹੋਣ ਦੇ ਬਾਵਜੂਦ ਵੀ ਇਸ ਇੰਪੋਰਟੈਂਟ ਪਲੇਟਫਾਰਮ ਤੋਂ ਦੂਰ ਰਹਿੰਦੇ ਨੇ? ਸੰਜੀਵ ਜੀ ਇਸ 'ਚ ਕੋਈ ਦੋ ਮਤ ਨਹੀਂ ਨੇ ਕਿ ਚਾਈਨਾ ਦੇ ਪ੍ਰੀਮੀਅਰ ਤੇ ਰਸ਼ੀਆ ਦੇ ਪੁਤਿਨ ਜੀ ਜਾਣਬੁੱਝ ਕੇ ਇਸ G20 ਸਮਿਟ 'ਚ ਆਪ ਨਹੀਂ ਆਏ ਬੀਇੰਗ ਹੈਡ ਆਫ ਦਾ ਸਟੇਟ। ਹਾਲਾਂਕਿ ਜਿੰਨੇ ਵੀ ਸੀਗੇ ਉਹ ਆਏ ਨੇ। ਇਹ ਵੀ ਗੱਲਾਂ ਹੋ ਰਹੀਆਂ ਕਿ ਕਿਸੇ ਵੀ G20 ਦੇ ਮੀਟਿੰਗ ਦੇ ਵਿੱਚ ਸਾਰੇ ਦੇ ਸਾਰੇ ਹੈਡ ਆਫ ਦਾ ਸਟੇਟ ਨਹੀਂ ਆਉਂਦੇ, ਕੋਈ ਨਾ ਕੋਈ ਮਜਬੂਰੀ ਹੋ ਜਾਂਦੀ ਹੈ। ਲੇਕਿਨ ਇਹ ਦੋ ਜਿਹੜੀ ਵੱਡੀਆਂ ਸ਼ਕਤੀਆਂ ਤਾਕਤਾਂ ਇਹਨਾਂ ਦੇ ਨਾਂ ਆਉਣ ਦਾ ਜਿਹੜਾ ਉਹ ਇੱਕ ਝਟਕਾ ਜ਼ਰੂਰ ਲੱਗਦਾ G20 ਸਮਿਟ ਨੂੰ, ਕਿਉਂਕਿ ਇਸ ਵੇਲੇ ਜੋ ਵਰਲਡ ਦੀ ਕੰਡੀਸ਼ਨ ਹੈ, ਲੋਕ ਬਾਰ-ਬਾਰ ਕਹਿ ਰਹੇ ਨੇ ਕਿ ਰਸ਼ੀਆ ਨੇ ਯੂਕਰੇਨ ਤੇ ਵਾਰ ਕਰਕੇ ਠੀਕ ਨਹੀਂ ਕੀਤਾ, ਨੁਕਸਾਨ ਜ਼ਿਆਦਾ ਹੈ, ਹਿਊਮਨ ਲਾਈਫ ਦਾ ਵੀ ਨੁਕਸਾਨ ਜ਼ਿਆਦਾ ਹੈ ਤੇ ਕੰਟਰੀ ਦਾ ਨੁਕਸਾਨ ਵੀ ਹੈ, ਰਸ਼ੀਆ ਦਾ ਆਪਣਾ ਨੁਕਸਾਨ ਵੀ ਹੋ ਰਿਹਾ ਹੈ। ਤੇ ਜੇ ਅਸੀਂ ਅੱਜ ਦੀ ਗੱਲ ਕਰੀਏ ਤਾਂ ਰਸ਼ੀਆ ਕੋਲ ਜਿੰਨੇ ਆਪਣੇ ਕੋਲ ਯੁੱਧ ਕਰਨ ਦੇ ਸਾਧਨ ਸਮਾਨ ਸੀਗੇ, ਜਿੰਨਾ ਉਹਨਾਂ ਕੋਲ ਸਮਾਨ ਸੀਗਾ, ਗੋਲੇ ਬਾਰੂਦ ਸੀਗੇ, ਉਹਨਾਂ ਦੇ ਕਾਫੀ ਘਟ ਗਏ ਨੇ, ਉਹਨਾਂ ਕੋਲ ਸਟਾਕ ਕਾਫੀ ਘਟ ਗਿਆ ਹੈ। ਲੋਕ ਸਾਰੇ ਕਹਿ ਰਹੇ ਨੇ ਇਸ ਵਾਰ ਨੂੰ ਬੰਦ ਕਰਨਾ ਚਾਹੀਦਾ ਹੈ। ਸ਼ਾਇਦ G20 'ਚ ਇਹ ਕਿਤੇ ਮਤਾ ਪਾਸ ਹੋ ਜਾਂਦਾ ਕਿ ਜੀ ਰਸ਼ੀਆ ਨੇ ਗਲਤ ਕੰਮ ਕੀਤਾ ਜਾਂ ਰਸ਼ੀਆ ਦਾ ਅਗੇਂਸਟ ਬੋਲ ਲੈਂਦੇ, ਤੇ ਉਸ ਨੂੰ ਅਵੋਇਡ ਕਰਨ ਲਈ ਪੁਤਿਨ ਸਾਹਿਬ ਨਹੀਂ ਆਏ। ਦੁਨੀਆ ਸਾਰੀ ਇਸ ਵੇਲੇ ਰਸ਼ੀਆ ਔਰ ਚਾਈਨਾ ਦੇ ਇਸ ਗੇਮ ਦੇ ਪਿੱਛੇ ਕ੍ਰਿਟਿਸਾਈਜ਼ ਵੀ ਕਰ ਰਹੀ ਹੈ ਤੇ ਉਹਨਾਂ ਨੂੰ ਰਿਕੁਐਸਟ ਵੀ ਕਰ ਰਹੀ ਹੈ ਬਾਰ-ਬਾਰ ਕਿ ਇਸ ਜਿਹੜੀ ਵਾਰ ਨੂੰ ਖਤਮ ਕੀਤਾ ਜਾਵੇ ਤਾਂ ਕਿ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵਨ ਅਰਥ ਵਨ ਫਿਊਚਰ ਦੀ, ਉਹਨੂੰ ਅਸੀਂ ਬਰਕਰਾਰ ਕਰ ਸਕੀਏ ਅੱਗੇ ਵਾਲੇ ਟਾਈਮ ਦੇ ਵਿੱਚ। ਜੀ ਸੰਜੀਵ, ਔਰ ਇੱਕ ਚੀਜ਼ ਇਹਦੇ 'ਚ ਡਿਵੈਲਪਮੈਂਟ ਦੇਖਣ ਨੂੰ ਮਿਲਦੀ ਹੈ ਕਿ ਯੂਕਰੇਨ ਨੂੰ ਨਾਟੋ ਸਪੋਰਟ ਕਰ ਰਿਹਾ ਹੈ। ਅਮਰੀਕਾ ਇੱਕ ਇਨਡਾਇਰੈਕਟ ਪ੍ਰੋਕਸੀ ਵਾਰ ਖੇਲ ਰਿਹਾ ਹੈ, ਰਸ਼ੀਆ ਦੇ ਨਾਲ ਚੱਲਦੀ ਪਈ ਹੈ ਔਰ ਰਸ਼ੀਆ ਇਕੱਲਾ ਹੀ ਲੱਗਾ ਹੋਇਆ ਹੈ। ਹਾਲਾਂਕਿ ਚੀਨ ਉਹਦਾ ਦੋਸਤ ਹੈ, ਪਰ ਚੀਨ ਡਾਇਰੈਕਟਲੀ ਸਪੋਰਟ ਨਹੀਂ ਕਰ ਪਾ ਰਿਹਾ, ਕਿਉਂਕਿ ਜੇ ਡਾਇਰੈਕਟਲੀ ਸਪੋਰਟ ਦੇ ਵਿੱਚ ਉਤਰੇਗਾ ਤਾਂ ਪੂਰਾ ਵਰਲਡ ਦਾ ਸਿਨੈਰੀਓ ਕੁਝ ਹੋਰ ਹੋ ਸਕਦਾ ਹੈ। ਆਪਾਂ ਥਰਡ ਵਰਲਡ ਵਾਰ ਵੱਲ ਜਾ ਸਕਦੇ ਹਾਂ ਔਰ ਚੀਨ ਇਸ ਗੱਲ ਨੂੰ ਆਪਣੀ ਰਿਸਪੌਂਸਿਬਿਲਟੀ ਨੂੰ ਸਮਝਦਾ ਹੈ ਕਿ ਇਸ ਵਾਰ ਨੂੰ ਇੱਕ ਤਰ੍ਹਾਂ ਦਾ ਲੋਕਲ ਵਾਰ ਰਹਿਣ ਦੇਣਾ ਚਾਹੁੰਦਾ, ਨਾ ਕਿ ਗਲੋਬਲ ਵਾਰ ਬਣਨ ਦੇਣਾ ਚਾਹੁੰਦਾ ਹੈ। ਸੋ ਅਸੀਂ ਦੇਖਦੇ ਹਾਂ ਕਿ ਚਾਈਨਾ ਸਪੋਰਟ ਕਰਦੇ ਹੋਏ ਵੀ ਸਪੋਰਟ ਨਹੀਂ ਕਰ ਰਿਹਾ ਔਰ ਨਾਟੋ ਕੰਟਰੀਜ਼ ਅਮਰੀਕਾ ਇਨਡਾਇਰੈਕਟਲੀ ਯੂਕਰੇਨ ਨੂੰ ਸਪੋਰਟ ਕਰ ਰਹੀਆਂ ਨੇ। ਔਰ ਇਸ ਸੀਨ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਰਸ਼ੀਆ ਕੋਲ ਐਮੂਨੀਸ਼ਨ ਦੀ ਕਮੀ ਹੁੰਦੀ ਜਾ ਰਹੀ ਹੈ, ਉਹਦਾ ਸਾਰੇ ਦਾ ਸਾਰਾ ਅਸਲਾ ਬਰੂਦ ਖਤਮ ਹੁੰਦਾ ਜਾ ਰਿਹਾ ਤੇ ਨਾਰਥ ਕੋਰੀਆ ਉਤਰਿਆ ਹੈ ਰਸ਼ੀਆ ਦੀ ਮਦਦ ਵਾਸਤੇ। ਸੋ ਇਹ ਸਾਰੀ ਕੀ ਕੈਮਿਸਟਰੀ ਬਣਦੀ ਪਈ ਹੈ ਸੰਜੀਵ ਜੀ? ਜਿਵੇਂ ਕਿ ਤੁਸੀਂ ਕਿਹਾ, ਚਾਈਨਾ ਡਾਇਰੈਕਟਲੀ ਰਸ਼ੀਆ ਨੂੰ ਸਪੋਰਟ ਨਹੀਂ ਕਰ ਸਕਦਾ, ਪੋਲੀਟੀਕਲ ਰੀਜ਼ਨਸ ਹੈ, ਇਕਨੋਮਿਕਲ ਰੀਜ਼ਨਸ ਵੀ ਹੈ। ਲੇਕਿਨ ਰਸ਼ੀਆ ਕੋਲ ਇਸ ਵੇਲੇ ਹੁਣ ਕੋਈ ਦੂਜਾ ਰਾਸਤਾ ਨਹੀਂ ਰਹਿ ਗਿਆ। ਨੈਟੋ ਨੇ ਯੂਕਰੇਨ ਨੂੰ ਸਪੋਰਟ ਕੀਤਾ, USA ਨੇ ਯੂਕਰੇਨ ਨੂੰ ਸਪੋਰਟ ਕੀਤਾ,
ਈਵਨ ਯੂਰੋਪੀਅਨ ਕੰਟਰੀਜ਼ ਵੱਲੋਂ ਵੀ ਕੁਝ ਗੋਲਾ ਬਾਰੂਦ, ਕੁਝ ਸਹਾਇਤਾ ਜਿਹੜੀ ਹੈ ਉਹ ਯੂਕਰੇਨ ਨੂੰ ਮਿਲ ਰਹੀ ਹੈ। ਰਸ਼ੀਆ ਕੋਲ ਹੁਣ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਚਾਈਨਾ ਉਹਨੂੰ ਜ਼ਿਆਦਾ ਕੁਝ ਆਫੀਸ਼ੀਅਲੀ ਨਹੀਂ ਦੇ ਸਕਦਾ ਤੇ ਉਹਨੇ ਨਾਰਥ ਕੋਰੀਆ ਨੂੰ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਦੇ ਪ੍ਰੀਮੀਅਰ ਨੇ, ਉਹਨਾਂ ਨੂੰ ਕੰਟੈਕਟ ਕੀਤਾ ਤੇ ਉਹ ਹੁਣੇ ਆਪਣੀ ਵਿਜ਼ਿਟ ਤੇ ਰਸ਼ੀਆ ਗਏ ਵੀ। ਪੁਤਿਨ ਨਾਲ ਵੀ ਇਹਨਾਂ ਦੀ ਗੱਲਬਾਤ ਹੋਈ। ਉਹਨਾਂ ਨੇ ਜਿੱਥੇ ਇਹਨਾਂ ਦੀ ਨਿਊਕਲੀਅਰ ਕੈਪੇਬਿਲਿਟੀਜ਼ ਤਿਆਰ ਹੁੰਦੀਆਂ ਉੱਥੇ ਵੀ ਵਿਜ਼ਿਟ ਕੀਤਾ। ਹੋਰ ਕਈ ਜਗ੍ਹਾ ਤੇ ਵਾਰ ਰਿਲੇਟਿਡ ਜਗ੍ਹਾ ਤੇ ਵਿਜ਼ਿਟ ਕੀਤਾ। ਹੁਣ ਇਸ ਵੇਲੇ ਸਿਨੈਰੀਓ ਇਹ ਬਣ ਰਿਹਾ ਕਿ ਕਿਆ ਨਾਰਥ ਕੋਰੀਆ ਰਸ਼ੀਆ ਨੂੰ ਸਪੋਰਟ ਕਰੇਗਾ, ਕਿਉਂਕਿ ਨਾਰਥ ਕੋਰੀਆ ਇੱਕ ਐਸਾ ਕੰਟਰੀ ਹੈ ਜਿਹੜਾ ਕਿ ਕਿਸੇ ਵੀ ਹੋਰ ਕੰਟਰੀ ਦੀ ਗੱਲਬਾਤ ਨਹੀਂ ਸੁਣਦਾ। ਉਹ ਆਪਣੇ ਹੀ ਮੁੱਦੇ ਲੈ ਕੇ ਰਹਿੰਦਾ ਹੈ ਔਰ ਆਪਣੀ ਜਿਹੜੀ ਹੈਗੀ ਹੈ ਕੰਟਰੀ, ਉਹਦੇ ਭਲੇ ਲਈ ਹੀ ਸਾਰੇ ਕੰਮ ਕਰਨ ਦੀ ਕੋਸ਼ਿਸ਼ ਕਰਦਾ। ਉਹ ਬਾਕੀ ਕੰਟਰੀਆਂ ਨਾਲ ਜ਼ਿਆਦਾ ਹਿਲਦਾ ਨਹੀਂ, ਮਿਲਦਾ ਨਹੀਂ। ਔਰ ਨਾਰਥ ਕੋਰੀਆ ਕੋਲ ਜਿਹੜੇ ਨਿਊਕਲੀਅਰ ਵੈਪਨਸ ਹੈ ਉਹ ਬਹੁਤ ਜ਼ਿਆਦਾ ਹੈ। तो क्या रशिया नॉर्थ कोरिया को वार प्लेन्स, गोला बारूद लेगा या नॉर्थ कोरिया क्या उन्होंने सपोर्ट करेगा? क्योंकि जे नॉर्थ कोरिया उन्होंने सपोर्ट करता है तो रशिया के कोल एक फिर जी है बैकअप बहुत स्ट्रोंग हो जाता है, जोड़ा कि हुण डिप्लीट हो रहा है। लेकिन जे रशिया इस वेले झुक जाता है तो नैटो कंट्रीज रशिया ते हावी हो जाएंगे। जे रशिया नहीं झुकता तो ये लड़ाई जारी रहेगी। इको ही तरीका है जोड़ा कि बहुत सारे कंट्रीज अपने अपने वालों कोशिश भी कर रहे हैं। कुछ यूरोपियन कंट्रीज ने भी कोशिश की है, कुछ अफ्रीकन कंट्रीज वालों भी गलबात शुरू हुई कि इन वॉर को खत्म किया जाए। कुछ अरेबियन कंट्रीज ने भी कहा जब तक इसका सल्यूशन बैठ के अक्रॉस द टेबल नहीं होएगा उदों तक जड़ा साडा नारा है वन अर्थ का वो पूरा नहीं हो सकता। नॉर्थ कोरिया ने इंटरेस्ट जरूर शो किया, लेकिन हले तक उन्होंने ये डिक्लेयर नहीं किया कि क्या वो रशिया दे नाल है या उन्होंने अगेंस्ट है। ओके, मतलब हजे सब कन्फ्यूजनस दे विच ही ने। और गल यह है कन्फ्यूजन लोगों वास्ते अंदरों उन्होंने पूरी तरह क्लैरिटी है कि उन्होंने की करना है तो की नहीं करना, क्योंकि दे आर थाउजेंड्स टाइम्स अहेड ऑफ अस और बहुत कुछ सोच सकते हैं वो। और जो असी डिस्कशन कर रहे हैं सिर्फ उहदे उत्ते ही कि जो साडे सामने सारियां मीडिया रिपोर्ट्स आउंदियां ने। सो न्यूक्लीयर वैपन्स की तुसीं गल कीती है। यूनाइटेड नेशनस ने कहा कि न्यूक्लीयर वैपन तो दुनिया में सब तो वड्डा खतरा है। 13,000 तो शायद 15,000 तक इन्ने बॉम्ब्स ने जो पूरी दुनिया में डिफरेंट कंट्रीज़ कोल हैगे ने, न्यूक्लियर बॉम्ब्स ने जो खतरा है। और यूनाइटेड स्टेट्स ऑफ अमेरिका ये चीज़ डिक्लेयर कर चुका है कि उन्हें अपना आखिरी भंडार भी खत्म कर दिता है न्यूक्लियर वैपन्स का। और हुण अमेरिका कोल कोई न्यूक्लियर वैपन नहीं, ये अनाउंसमेंट्स ने। हालांकि एक्सपर्ट्स कहते हैं कि इदा हो नहीं सकता, क्योंकि जे इस तरह तुसीं करोगे तो तुसीं टिक नहीं सकोगे वर्ल्ड मार्केट दे विच। इज इट राइट सर? सर बिल्कुल ठीक है। और जड़ा यूएसए वर्गा कंट्री जे अपने न्यूक्लीयर वैपन्स एक्चुअल च खत्म कर दे तो शायद हुण तक कोई ना कोई होर कंट्री उन्होंने उस पर अटैक भी कर सकता सीगा, उस पर अपना कब्जा जमान की कोशिश भी कर सकता सीगा। न्यूक्लियर वैपन्स उन्होंने को जरूर है, लेकिन जो मंशा यूएन दी है कि न्यूक्लियर वैपन्स खत्म किए जान सी। अगर ये यूक्रेन रशिया वॉर खत्म नहीं होंगी, ये ना हो किसी दिन कि एक कंट्री ने एक न्यूक्लियर बॉम्ब यूज कर लिया, उस तो बाद तबाही ही तबाही है, दूसरा कंट्री भी करेगा, उस तो बाद वॉर जिहड़ी है वो किसी होर टर्म च चली जाएगी, बहुत लंबी तो नहीं चलेगी। न्यूक्लियर बॉम्ब का अपना जिहड़ा इफेक्ट है वो सालों साल ते जिहड़ी जगह है वो मेरा ख्याल है 2-2, 3-3 कंट्रीज नूं लै डुबेगी। इस करके यूएनओ का जो कहना है बिल्कुल ठीक है, लेकिन इस ते अमल जिहड़ा है वो हाले तक एक्चुअल किसी भी कंट्री ने नहीं किया है। कमाल दी सिचुएशनस ने। एक पासे अमेरिका के संविधान नूं चेंज करन दी गल हो रही है, भारत के संविधान दे विच भी फेर बदल अमेंडमेंट्स करन दी गल हो रही है,
G20 ਦਾ ਆਊਟਕਮ ਕੀ ਨਿਕਲਿਆ ਉਹ ਵੀ ਗੱਲ ਹੋ ਰਹੀ ਹੈ। UN ਦੇ ਪਲੇਟਫਾਰਮਸ ਨੇ, ਬ੍ਰਿਕਸ ਕੰਟਰੀ ਦੇ ਪਲੇਟਫਾਰਮਸ ਨੇ, ਹੋਰ ਅਨੇਕਾਂ ਪਲੇਟਫਾਰਮਸ ਨੇ ਜਿੱਥੇ ਸ਼ਾਂਤੀ ਦੀ ਗੱਲ ਹੋ ਰਹੀ ਹੈ, ਦੁਨੀਆ ਨੂੰ ਤਰੱਕੀ ਵੱਲ ਲੈ ਕੇ ਜਾਣ ਦੀ ਗੱਲ ਹੋ ਰਹੀ ਹੈ। ਇੱਕ ਪਾਸੇ ਜੰਗਾਂ ਲੱਗੀਆਂ ਹੋਈਆਂ ਨੇ, ਨਿਊਕਲੀਅਰ ਵੈਪਨਸ ਦੀ ਗੱਲ ਹੋ ਰਹੀ ਹੈ। ਅਜੀਬ ਜਿਹਾ ਮਾਹੌਲ ਹੈ, ਮਤਲਬ ਖਿਚੜੀ ਬਣੀ ਹੋਈ ਹੈ। ਹੁਣ ਇਹ ਖਿਚੜੀ ਦਾ ਰਿਜ਼ਲਟ ਕੀ ਨਿਕਲਣਾ ਹੈ ਆਉਣ ਵਾਲਾ ਸਮਾਂ ਦੱਸੇਗਾ, ਔਰ ਇਹ ਪੂਰੀ ਮਾਨਵਤਾ, ਪੂਰਾ ਇਨਸਾਨ ਜਗਤ ਇਸ ਖਿਚੜੀ ਨੂੰ ਖਾ ਵੀ ਸਕਦਾ ਹੈ, ਹਜ਼ਮ ਵੀ ਕਰ ਸਕਦਾ ਕਿ ਨਹੀਂ ਕਰ ਸਕਦਾ ਇਹ ਵੀ ਕੋਈ ਨਹੀਂ ਜਾਣਦਾ। ਬਟ ਦ ਬਾਟਮ ਲਾਈਨ ਇਜ਼, ਜਦੋਂ ਤੱਕ ਸਭ ਆਪਣਾ ਆਪਣਾ ਸਵਾਰਥ, ਆਪਣਾ ਆਪਣਾ ਇੰਟਰਸਟ ਦੇਖਣਗੇ, ਉਦੋਂ ਤੱਕ ਪੂਰੀ ਦੁਨੀਆ ਦੇ ਵਿੱਚ ਕੋਈ ਤਰੱਕੀ, ਕੋਈ ਸ਼ਾਂਤੀ ਦੀ ਸਥਾਪਨਾ ਨਹੀਂ ਹੋ ਸਕਦੀ। ਵਨ ਨੇਸ਼ਨ, ਵਨ ਅਰਥ, ਵਨ ਵਰਲਡ, ਵਨ ਫਿਊਚਰ ਵਾਲੀ ਗੱਲ ਲਾਗੂ ਨਹੀਂ ਹੋ ਸਕਦੀ, ਕਿਉਂਕਿ ਅਸੀਂ ਸਾਰੇ ਆਪਣਾ ਆਪਣਾ ਸਵਾਰਥ ਦੇਖਦੇ ਪਏ ਹਾਂ। ਆਪਣੇ ਸਵਾਰਥ ਤੋਂ ਉੱਤੇ ਉੱਠ ਕੇ ਸਭ ਦਾ ਸੋਚੀਏ, ਸਰਬੱਤ ਦੇ ਭਲੇ ਦਾ ਸੋਚੀਏ, ਤਾਂ ਹੀ ਕੁਝ ਹੋ ਸਕਦਾ ਹੈ। ਥੈਂਕ ਯੂ ਸੋ ਮਚ ਸੰਜੀਵ ਜੀ, ਸਾਨੂੰ ਇਸ ਵਿਸ਼ੇ ਦੇ ਉੱਤੇ ਤੁਸੀਂ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ। ਨਮਸਕਾਰ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।